ਹੈਲੋ ਸਟੂਡੈਂਟਸ, ਨੌਲੇਜ ਮਾਊਂਟੇਨ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ ਤੁਹਾਨੂੰ ਪੀਪੀਟੀ ਬਾਰੇ ਦੱਸਣ ਜਾਵਾਂਗੀ, ਜਿਸ ਵਿੱਚ ਮੈਂ ਤੁਹਾਨੂੰ ਸਿਖਾਵਾਂਗੀ ਹਾਊ ਟੂ ਮੇਕ ਪੀਪੀਟੀ ਔਨ ਯੋਰ ਮੋਬਾਈਲ ਰਾਹੀਂ ਪੀਪੀਟੀ ਕਿਵੇਂ ਬਣਾ ਸਕਦੇ ਹਾਂ। ਅੱਜ ਕੱਲ੍ਹ ਅਸੀਂ ਐਂਡਰੋਇਡ ਫ਼ੋਨ 'ਤੇ ਹੀ ਐਪਲੀਕੇਸ਼ਨ ਦੀ ਵਰਤੋਂ ਕਰਕੇ ਪ੍ਰੈਜੈਂਟੇਸ਼ਨ ਤਿਆਰ ਕਰ ਸਕਦੇ ਹਾਂ, ਜੋ ਕਿ ਬਹੁਤ ਹੀ ਸੌਖਾ ਹੋ ਚੁੱਕਾ ਹੈ। ਬਿਨਾਂ ਕੰਪਿਊਟਰ ਦੇ ਵੀ ਅਸੀਂ ਹੁਣ ਪੀਪੀਟੀ ਬਣਾ ਸਕਦੇ ਹਾਂ। ਕਿਵੇਂ? ਚਲੋ ਮੈਂ ਤੁਹਾਨੂੰ ਦੱਸਦੀ ਹਾਂ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਪੀਪੀਟੀ ਬਣਾਉਣਾ ਤੁਹਾਡੇ ਲਈ ਕਿਉਂ ਜ਼ਰੂਰੀ ਹੈ। ਬੱਚਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਉਤਸਵ ਪੂਰੇ ਪੰਜਾਬ ਵਿੱਚ ਬੜੇ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਨਾਲ ਸੰਬੰਧਿਤ ਸਕੂਲਾਂ ਦੇ ਵਿੱਚ ਵਿੱਦਿਅਕ ਮੁਕਾਬਲੇ ਕਰਾਏ ਜਾ ਰਹੇ ਹਨ, ਜਿਸ ਵਿੱਚ ਅਸੀਂ ਵੱਖ-ਵੱਖ ਐਕਟੀਵਿਟੀਜ਼ 'ਚ ਭਾਗ ਲੈ ਕੇ ਉਸ ਦੀ ਵੀਡੀਓ ਨੂੰ YouTube ਜਾਂ Facebook ਜਾਂ Instagram 'ਤੇ ਅਪਲੋਡ ਕਰਕੇ ਜਿੱਤ ਹਾਸਲ ਕਰ ਸਕਦੇ ਹਾਂ ਅਤੇ ਸਰਟੀਫਿਕੇਟ ਵੀ ਪ੍ਰਾਪਤ ਜ਼ਰੂਰ ਕਰਾਂਗੇ। ਬੱਚਿਓ, ਇਨ੍ਹਾਂ ਹੀ ਐਕਟੀਵਿਟੀਜ਼ ਵਿੱਚੋਂ ਇੱਕ ਐਕਟੀਵਿਟੀ ਹੈ ਪੀਪੀਟੀ ਮੇਕਿੰਗ, ਜੋ ਕਿ ਸਾਡੀ 10ਵੀਂ ਐਕਟੀਵਿਟੀ ਹੈ, ਜੋ 9 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਕੀਤੀ ਜਾਣੀ ਹੈ। ਇਸ ਵਿੱਚ ਸਾਰੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ ਅਤੇ ਉਹਨਾਂ ਦੀ ਵੀਡੀਓ 4 ਤੋਂ 5 ਮਿੰਟ ਦੀ ਹੀ ਹੋਣੀ ਚਾਹੀਦੀ ਹੈ। ਬੱਚਿਓ, ਪੀਪੀਟੀ ਮੇਕਿੰਗ ਦੇ ਕੁਝ ਨਿਯਮ ਹਨ, ਜਿਵੇਂ ਕਿ ਵਿਦਿਆਰਥੀ ਸਿਰਫ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ, ਸਿੱਖਿਆਵਾਂ, ਉਸਤਤੀ ਦੇ ਫਲਸਫੇ ਸੰਬੰਧੀ ਹੀ ਪੀਪੀਟੀ ਬਣਾਉਣਗੇ। ਇਸ ਦੇ ਕੁਝ ਨਿਯਮ ਹਨ, ਜਿਵੇਂ ਕਿ ਸਮਾਂ 4 ਤੋਂ 5 ਮਿੰਟ ਹੋਣਾ ਚਾਹੀਦਾ ਹੈ। ਤਸਵੀਰਾਂ ਕੇਵਲ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਹੋਣੀਆਂ ਚਾਹੀਦੀਆਂ ਹਨ। ਤਸਵੀਰਾਂ ਸੰਬੰਧੀ ਦਿੱਤੀ ਗਈ ਡਿਟੇਲ ਜਾਂ ਉਚਾਰਨ ਸ਼ੁੱਧ ਹੋਣਾ ਚਾਹੀਦਾ ਹੈ। ਲਿਖਤ ਰੂਪ ਵਾਲੀ ਪੇਸ਼ਕਾਰੀ ਵੀ ਸ਼ਬਦਾਂ ਦੇ ਜੋੜ ਸ਼ੁੱਧ ਹੋਣੇ ਚਾਹੀਦੇ ਹਨ। ਬੈਕਗਰਾਊਂਡ ਸੰਗੀਤ ਤਸਵੀਰਾਂ ਨਾਲ ਢੁਕਵਾਂ ਹੋਣਾ ਚਾਹੀਦਾ ਹੈ। ਅਸੀਂ ਇਹਨਾਂ ਸਾਰੀਆਂ ਹੀ ਗੱਲਾਂ ਦਾ ਧਿਆਨ ਰੱਖਦੇ ਹੋਏ ਇੱਕ ਪ੍ਰੈਜੈਂਟੇਸ਼ਨ ਤਿਆਰ ਕਰਨੀ ਸਿੱਖਾਂਗੇ। ਬੱਚਿਓ, ਪ੍ਰੈਜੈਂਟੇਸ਼ਨ ਨੂੰ ਤਿਆਰ ਕਰਨ ਤੋਂ ਪਹਿਲਾਂ ਇੱਕ ਪਲੈਨਿੰਗ ਕਰਨੀ ਪੈਂਦੀ ਹੈ ਕਿ ਅਸੀਂ ਆਪਣੀ ਪ੍ਰੈਜੈਂਟੇਸ਼ਨ ਵਿੱਚ ਕੀ ਕਰਨਾ ਚਾਹੁੰਦੇ ਹਾਂ, ਜਿਸ ਲਈ ਸਾਨੂੰ ਸਭ ਤੋਂ ਪਹਿਲਾਂ ਆਪਣਾ ਵਿਸ਼ਾ ਚੁਣਨਾ ਪੈਂਦਾ ਹੈ। ਇੱਥੇ ਸਾਨੂੰ ਦਿੱਤੇ ਗਏ ਵਿਸ਼ਿਆਂ ਵਿੱਚੋਂ ਇੱਕ ਵਿਸ਼ੇ ਦੀ ਚੋਣ ਕਰਨੀ ਪਵੇਗੀ, ਜਿਵੇਂ ਕਿ ਗੁਰੂ ਸਾਹਿਬਾਨ ਜੀ ਦੀ ਬਾਣੀ, ਜੀਵਨ, ਸਿੱਖਿਆਵਾਂ ਜਾਂ ਉਹਨਾਂ ਦੀ ਉਸਤਤੀ ਦੇ ਫਲਸਫੇ। ਇਹਨਾਂ ਨਾਲ ਸੰਬੰਧਿਤ ਹੀ ਸਾਡਾ ਵਿਸ਼ਾ ਹੋਣਾ ਚਾਹੀਦਾ ਹੈ। ਵਿਸ਼ਿਆਂ ਦੀ ਚੋਣ ਵਿੱਚੋਂ ਕੋਈ ਇੱਕ ਚੋਣ ਕਰਨ ਉਪਰੰਤ ਅਸੀਂ ਉਸ ਦੀ ਸਮੱਗਰੀ ਬਾਰੇ ਸੋਚਾਂਗੇ। ਸਮੱਗਰੀ ਵਿੱਚ ਤਸਵੀਰਾਂ, ਟੈਕਸਟ, ਆਡੀਓ ਜਾਂ ਵੀਡੀਓ ਕੁਝ ਵੀ ਹੋ ਸਕਦੇ ਹਨ। ਇਹਨਾਂ ਚਾਰਾਂ ਹੀ ਚੀਜ਼ਾਂ ਦੀ ਅਸੀਂ ਖੋਜ ਗੂਗਲ ਰਾਹੀਂ ਬੜੀ ਹੀ ਆਸਾਨੀ ਨਾਲ ਕਰ ਸਕਦੇ ਹਾਂ, ਜਿਸ ਨਾਲ ਸਾਡੀ ਪ੍ਰੈਜੈਂਟੇਸ਼ਨ ਬਹੁਤ ਹੀ ਵਧੀਆ ਤਿਆਰ ਹੋ ਜਾਵੇਗੀ। ਬੱਚਿਓ, ਮੈਂ ਹੁਣ ਤੁਹਾਨੂੰ ਇੱਕ ਉਦਾਹਰਨ ਲਈ ਦੱਸਣਾ ਚਾਹਾਂਗੀ ਕਿ ਮੰਨ ਲਓ ਤੁਸੀਂ ਇੱਕ ਵਿਸ਼ਾ ਜੀਵਨ ਨਾਲ ਸੰਬੰਧਿਤ ਚੋਣ ਕਰ ਲਿਆ ਹੈ ਕਿ ਤੁਸੀਂ ਗੁਰੂ ਸਾਹਿਬਾਨ ਜੀ ਦੇ ਜੀਵਨ ਉੱਤੇ ਪੀਪੀਟੀ ਤਿਆਰ ਕਰਨਾ ਚਾਹੁੰਦੇ ਹੋ। ਤਾਂ ਇਸ ਦੇ ਲਈ ਅਸੀਂ ਇੱਕ ਰੂਪ ਰੇਖਾ ਤਿਆਰ ਕਰਾਂਗੇ, ਜਿਸ ਵਿੱਚ ਅਸੀਂ ਸੋਚਾਂਗੇ ਕਿ ਅਸੀਂ ਜੀਵਨ ਨਾਲ ਸੰਬੰਧਿਤ ਕਿਹੜੀ ਸਲਾਈਡਸ ਬਣਾ ਸਕਦੇ ਹਾਂ। ਜਿਸ ਲਈ ਅਸੀਂ ਸਭ ਤੋਂ ਪਹਿਲੀ ਸਲਾਈਡ ਬਣਾਵਾਂਗੇ ਜਨਮ ਅਤੇ ਮਾਤਾ ਪਿਤਾ ਨਾਲ ਸੰਬੰਧਿਤ, ਦੂਸਰੀ ਸੰਤ ਸਰੂਪ, ਤੀਸਰੀ ਸ਼ਾਸਤਰ ਵਿੱਦਿਆ ਅਤੇ ਅੱਖਰੀ ਪੜ੍ਹਾਈ, ਚੌਥਾ ਵਿਆਹ, ਪੰਜਵਾਂ ਗੁਰੂ ਗੱਦੀ, ਛੇਵਾਂ ਕਸ਼ਮੀਰੀ ਪੰਡਤਾਂ ਦੀ ਪੁਕਾਰ, ਸੱਤਵਾਂ ਗ੍ਰਿਫਤਾਰੀ ਅਤੇ ਸ਼ਹੀਦੀ, ਅੱਠਵਾਂ ਹਿੰਦ ਦੀ ਚਾਦਰ, ਨੌਵਾਂ ਬਾਣੀ ਅਤੇ 10ਵਾਂ ਸੰਦੇਸ਼, ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਸਾਨੂੰ ਕੀ ਸੰਦੇਸ਼ ਦਿੱਤੇ। ਇਹਨਾਂ ਨਾਲ ਸੰਬੰਧਿਤ ਅਸੀਂ ਹਰ ਇੱਕ ਸਬ ਟੌਪਿਕ 'ਤੇ ਇੱਕ ਸਲਾਈਡ ਤਿਆਰ ਕਰਾਂਗੇ, ਜਿਸ ਵਿੱਚ ਅਸੀਂ ਕੁਝ ਐਨੀਮੇਸ਼ਨਸ ਵੀ ਲਗਾਵਾਂਗੇ, ਪਰ ਉਹ ਕਿਵੇਂ ਲਗਾਵਾਂਗੇ ਉਹ ਮੈਂ ਤੁਹਾਨੂੰ ਆਪਣੇ ਫੋਨ ਰਾਹੀਂ ਕਰਕੇ ਦੱਸਾਂਗੀ, ਜਿਸ ਨਾਲ ਤੁਸੀਂ ਆਪਣੀ ਪ੍ਰੈਜੈਂਟੇਸ਼ਨ ਘਰ ਬੈਠੇ ਹੀ ਆਪਣੇ ਮੋਬਾਈਲ ਫੋਨ 'ਤੇ ਆਪਣੇ ਗਾਈਡ ਟੀਚਰ ਦੀ ਹੈਲਪ ਲੈ ਕੇ ਆਸਾਨੀ ਨਾਲ ਕਰ ਸਕੋਗੇ। ਬੱਚਿਓ, ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਪ੍ਰੈਜੈਂਟੇਸ਼ਨ ਕਿਵੇਂ ਤਿਆਰ ਕਰਾਂਗੇ। ਇਸ ਲਈ ਅਸੀਂ ਸਭ ਤੋਂ ਪਹਿਲਾਂ ਪਲੇ ਸਟੋਰ 'ਤੇ ਟੱਚ ਕਰਦੇ ਹਾਂ ਅਤੇ ਸਰਚ ਬਾਕਸ ਦੇ ਵਿੱਚ ਮਾਈਕਰੋਸਾਫਟ ਪਾਵਰਪੁਆਇੰਟ ਲਿਖਾਂਗੇ। ਮਾਈਕਰੋਸਾਫਟ ਪਾਵਰਪੁਆਇੰਟ ਲਿਖਣ ਉਪਰੰਤ ਅਸੀਂ ਇੰਸਟਾਲ 'ਤੇ ਟੱਚ ਕਰਾਂਗੇ। ਇਹ ਲਗਭਗ 65 MB ਦੀ ਐਪਲੀਕੇਸ਼ਨ ਹੈ ਅਤੇ ਤੁਹਾਡੇ ਮੋਬਾਈਲ 'ਤੇ ਇੰਸਟਾਲ ਹੋਣ ਲਈ ਕੁਝ ਸਮਾਂ ਲਏਗੀ।
ਬੱਚਿਓ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਐਪਲੀਕੇਸ਼ਨ ਬਾਰੇ ਦੱਸਾਂਗੀ ਅਤੇ ਸਲਾਈਡਸ ਬਾਰੇ ਦੱਸਾਂਗੀ ਕਿ ਸਲਾਈਡ ਕਿਸ ਨੂੰ ਕਿਹਾ ਜਾਂਦਾ ਹੈ। ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਗੂਗਲ ਤੋਂ ਕੁਝ ਇਮੇजेस ਕਿਵੇਂ ਡਾਊਨਲੋਡ ਕਰ ਸਕਦੇ ਹਾਂ, ਕਿਉਂਕਿ ਸਾਨੂੰ ਪਾਵਰਪੁਆਇੰਟ 'ਚ ਪ੍ਰੈਜੈਂਟੇਸ਼ਨ ਬਣਾਉਣ ਲਈ ਕੁਝ ਤਸਵੀਰਾਂ, ਆਡੀਓ ਅਤੇ ਟੈਕਸਟ ਦੀ ਜ਼ਰੂਰਤ ਪਵੇਗੀ। ਤੇ ਟੈਕਸਟ ਤਾਂ ਅਸੀਂ ਖੁਦ ਹੀ ਲਿਖ ਲਵਾਂਗੇ, ਪਰ ਆਡੀਓ ਤੇ ਪਿਕਚਰਸ ਉਹ ਅਸੀਂ ਡਾਊਨਲੋਡ ਕਰ ਸਕਦੇ ਹਾਂ। ਇਸ ਤੋਂ ਇਲਾਵਾ ਤੁਸੀਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਖੁਦ ਆਪਣੀ ਆਵਾਜ਼ ਵੀ ਰਿਕਾਰਡ ਕਰਕੇ ਭਰ ਸਕਦੇ ਹੋ। ਕਿਵੇਂ ਕਰ ਸਕਦੇ ਹੋ ਮੈਂ ਤੁਹਾਨੂੰ ਹੁਣੇ ਦੱਸਣ ਜਾ ਰਹੀ ਹਾਂ। ਬਸ ਸਾਡੀ ਐਪਲੀਕੇਸ਼ਨ ਇੰਸਟਾਲ ਹੋਣ ਹੀ ਵਾਲੀ ਹੈ। ਤਾਂ ਬੱਚਿਓ ਐਪਲੀਕੇਸ਼ਨ ਇੰਸਟਾਲ ਹੋ ਚੁੱਕੀ ਹੈ। ਹੁਣ ਅਸੀਂ ਓਪਨ ਤੇ ਟੱਚ ਕਰਦੇ ਹਾਂ, ਫਿਰ ਕਰਾਂਗੇ। ਉਹ ਕੁਝ ਪ੍ਰੋਸੈਸ ਕਰੇਗਾ, ਦੈਨ ਉਸ ਤੋਂ ਬਾਅਦ ਉਹ ਸਾਨੂੰ ਸਾਈਨ ਇਨ ਲਈ ਕਹੇਗਾ, ਪਰ ਅਸੀਂ ਸਾਈਨ ਇਨ ਨਹੀਂ ਕਰਨਾ। ਅਸੀਂ ਸਾਈਨ ਇਨ ਲੇਟਰ ਤੇ ਟੱਚ ਕਰ ਦਾਂਗੇ। ਹੁਣ ਦੇਖੋ ਬੱਚੋਂ, ਨੈਕਸਟ ਤੇ ਕਲਿੱਕ ਕਰਕੇ ਡੋਂਟ ਅਸੈਪਟ ਆਪਸ਼ਨਲ ਡਾਟਾ ਦੈਨ ਕਲੋਜ਼। ਹੁਣ ਬੱਚੋਂ ਅਗਰ ਅਸੀਂ ਰਾਈਟ ਕਾਰਨਰ ਤੇ ਜੋ ਹੈ ਪਲੱਸ ਦਾ ਸਾਈਨ ਹੈ ਇੱਥੇ ਟੱਚ ਕਰਦੇ ਹਾਂ ਤੇ ਤੁਹਾਡੇ ਸਾਹਮਣੇ ਵੱਖ-ਵੱਖ ਡਿਜ਼ਾਈਨ ਆ ਜਾਂਦੇ ਹਨ। ਇਹਨਾਂ ਵਿੱਚੋਂ ਤੁਸੀਂ ਕਿਸੇ ਵੀ ਇੱਕ ਡਿਜ਼ਾਈਨ ਦੀ ਵਰਤੋਂ ਕਰਕੇ ਆਪਣੀ ਪ੍ਰੈਜੈਂਟੇਸ਼ਨ ਤਿਆਰ ਕਰ ਸਕਦੇ ਹੋ। ਲੇਆਊਟਸ ਦੀ ਵਰਤੋਂ ਕਰਕੇ ਅਸੀਂ ਆਪਣੀ ਪ੍ਰੈਜੈਂਟੇਸ਼ਨ ਤਾਂ ਤਿਆਰ ਕਰ ਹੀ ਸਕਦੇ ਹਾਂ, ਪਰ ਉਸ ਦੇ ਵਿੱਚ ਸਾਨੂੰ ਤਸਵੀਰਾਂ ਅਤੇ ਆਡੀਓ ਵੀ ਦਾਖਲ ਕਰਨੀਆਂ ਪੈਣਗੀਆਂ ਤਾਂ ਜੋ ਸਾਡੀ ਪੇਸ਼ਕਾਰੀ ਬਹੁਤ ਹੀ ਵਧੀਆ ਅਤੇ ਪ੍ਰਭਾਵੀ ਲੱਗੇ। ਇਸ ਲਈ ਅਸੀਂ ਤਸਵੀਰਾਂ ਅਤੇ ਆਡੀਓ ਨੈਟ ਤੋਂ ਡਾਊਨਲੋਡ ਕਰ ਸਕਦੇ ਹਾਂ। ਤਾਂ ਚਲੋ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂ ਕਿ ਅਸੀਂ ਕਿਵੇਂ ਡਾਊਨਲੋਡ ਕਰਾਂਗੇ ਤਾਂ ਕਿ ਸਾਡਾ ਕੰਟੈਂਟ ਰੈਡੀ ਹੋ ਜਾਏ, ਫਿਰ ਅਸੀਂ ਪ੍ਰੈਜੈਂਟੇਸ਼ਨ ਤਿਆਰ ਕਰ ਸਕੀਏ। ਇਸ ਲਈ ਅਸੀਂ ਸਭ ਤੋਂ ਪਹਿਲਾਂ ਕ੍ਰੋਮ ਤੇ ਜਾ ਕੇ ਗੂਗਲ ਵੈਬਸਾਈਟ ਖੋਲ ਕੇ ਉੱਥੋਂ ਤਸਵੀਰਾਂ ਅਤੇ ਆਡੀਓ ਡਾਊਨਲੋਡ ਕ੍ਰੋਮ ਤੇ ਟੱਚ ਕਰਦੇ ਹਾਂ। ਗੂਗਲ ਕ੍ਰੋਮ ਤੋਂ ਅਸੀਂ ਗੂਗਲ ਵੈਬਸਾਈਟ ਖੋਲ੍ਹਣੀ ਹੈ। ਗੂਗਲ ਵੈਬਸਾਈਟ ਖੋਲ੍ਹ ਕੇ ਅਸੀਂ ਉਸ ਦੇ ਵਿੱਚ ਸ਼੍ਰੀ ਗੁਰੂ ਅਸੀਂ ਲਿਖਾਂਗੇ ਇਮੇजेस ਆਫ ਸ਼੍ਰੀ ਗੁਰੂ ਤੇਗ ਬਹਾਦਰ ਜੀ। ਇਹ ਲਿਖਣ ਉਪਰੰਤ ਤੁਹਾਡੇ ਸਾਹਮਣੇ ਇਮੇजेस ਆ ਜਾਣਗੀਆਂ। ਇਸ ਦੇ ਵਿੱਚ ਦੇਖੋ ਬੱਚੇ ਆਲ ਲਿਖਿਆ ਹੈ, ਦੈਨ ਇਮੇजेस ਲਿਖਿਆ ਹੈ। ਇਮੇजेस ਤੇ ਟੱਚ ਕਰੋਗੇ ਤੇ ਤੁਹਾਡੇ ਸਾਹਮਣੇ ਗੁਰੂ ਸਾਹਿਬਾਨ ਜੀ ਦੀਆਂ ਬੜੀਆਂ ਹੀ ਤਸਵੀਰਾਂ ਆ ਜਾਣਗੀਆਂ। ਤੁਹਾਨੂੰ ਜਿਹੜੀ ਵੀ ਤਸਵੀਰ ਠੀਕ ਲੱਗੇ ਤੁਸੀਂ ਉਸ ਨੂੰ ਆਪਣੇ ਫੋਨ ਤੇ ਡਾਊਨਲੋਡ ਕਰ ਸਕੋਗੇ। ਮੰਨ ਲਓ ਮੈਂ ਕੋਈ ਇੱਕ ਤਸਵੀਰ ਇੱਥੋਂ ਡਾਊਨਲੋਡ ਕਰ ਲੈਂਦੀ ਹਾਂ। ਜਿਹੜੀ ਵੀ ਤਸਵੀਰ ਡਾਊਨਲੋਡ ਕਰਨੀ ਹੈ ਉਸ ਤੇ ਟੱਚ ਕਰੋ, ਦੈਨ ਉਸ ਦੇ ਉੱਪਰ ਥੋੜੀ ਦੇਰ 1 ਸੈਕਿੰਡ ਦਾ ਹੋਲਡ ਕਰੋਗੇ ਟੱਚ, ਤਾਂ ਡਾਊਨਲੋਡ ਇਮੇਜ ਦੀ ਆਪਸ਼ਨ ਆ ਜਾਏਗੀ। ਤਾਂ ਮੈਂ ਡਾਊਨਲੋਡ ਕਰ ਲਈ ਹੈ। ਡਾਊਨਲੋਡ ਤੇ ਟੱਚ ਕਰਕੇ ਮੈਂ ਉਸ ਇਮੇਜ ਨੂੰ ਡਾਊਨਲੋਡ ਕਰ ਚੁੱਕੀ ਹਾਂ। ਇਸ ਦੇ ਵਿੱਚ ਵੱਖ-ਵੱਖ ਤਸਵੀਰਾਂ ਹਨ। ਤੁਹਾਨੂੰ ਜਿਹੜੀ ਵੀ ਤਸਵੀਰ ਸਹੀ ਲੱਗੇ ਤੁਸੀਂ ਉਸ ਨੂੰ ਆਪਣੀ ਸਲਾਈਡ ਦੇ ਮੁਤਾਬਿਕ ਡਾਊਨਲੋਡ ਕਰ ਸਕਦੇ ਹੋ। ਬੱਚਿਓ ਤੁਸੀਂ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਤੁਹਾਡਾ ਵਿਸ਼ਾ ਕਿਸ ਨਾਲ ਸੰਬੰਧਿਤ ਹੈ। ਉਸ ਨਾਲ ਸੰਬੰਧਿਤ ਤੁਸੀਂ ਤਸਵੀਰਾਂ ਨੈਟ ਤੋਂ ਸਰਚ ਕਰ ਸਕਦੇ ਹੋ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਸ ਦੇ ਵਿੱਚ ਅਸੀਂ ਕੁਝ ਆਡੀਓ ਵੀ ਡਾਊਨਲੋਡ ਕਰ ਸਕਦੇ ਹਾਂ, ਜਿਵੇਂ ਕਿ ਸ਼ਬਦ। ਅਸੀਂ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਡਾਊਨਲੋਡ ਕਰ ਸਕਦੇ ਹਾਂ। ਇਸ ਦੇ ਲਈ ਵੱਖ-ਵੱਖ ਵੈਬਸਾਈਟਸ ਤੁਹਾਨੂੰ ਗੂਗਲ ਤੇ ਸ਼ੋ ਹੋ ਜਾਣਗੀਆਂ। ਤੁਹਾਨੂੰ ਜਿਹੜੀ ਵੀ ਵੈਬਸਾਈਟ ਠੀਕ ਲੱਗੇ ਤੁਸੀਂ ਉਹਦੇ ਤੇ ਜਾ ਕੇ ਵੱਖ-ਵੱਖ ਦੇਖੋ ਤੁਹਾਡੇ ਸਾਹਮਣੇ ਲਿੰਕ ਆ ਚੁੱਕੇ ਹਨ। ਇਸ ਦੇ ਵਿੱਚੋਂ ਤੁਹਾਨੂੰ ਜਿਹੜਾ ਵੀ ਸ਼ਬਦ ਠੀਕ ਲੱਗੇ ਤੁਸੀਂ ਜਸਟ ਉਹਨੂੰ ਟੱਚ ਕਰਨਾ ਹੈ। ਟੱਚ ਕਰਕੇ ਤੁਸੀਂ ਉਸ ਨੂੰ ਪਲੇ ਕਰਕੇ ਵੀ ਪਹਿਲਾਂ ਦੇਖ ਸਕਦੇ ਹੋ, ਔਰ ਡਾਊਨਲੋਡ ਆਡੀਓ ਫਾਈਲ ਤੇ ਟੱਚ ਕਰਕੇ ਤੁਸੀਂ ਇਹ 3 ਜਿਹੜੇ ਬੇਟਾ ਡਾਟਸ ਨੇ ਇੱਥੋਂ ਡਾਊਨਲੋਡ ਤੇ ਟੱਚ ਕਰਕੇ
ਇਹ ਆਡੀਓ ਡਾਊਨਲੋਡ ਕਰ ਸਕਦੇ ਹੋ। ਤਾਂ ਦੇਖਿਆ ਬੱਚੋ ਕਿੰਨਾ ਇਮੇजेस ਤੇ ਆਡੀਓ ਕਲੈਕਟ ਕਰਨਾ। ਹੁਣ ਮੈਂ ਤੁਹਾਨੂੰ ਪ੍ਰੈਜੈਂਟੇਸ਼ਨ ਬਣਾਉਣੀ ਦੱਸਾਂਗੀ ਜਿਸ ਵਿੱਚ ਅਸੀਂ ਇਸ ਆਡੀਓ ਦੀ ਵਰਤੋਂ ਕਰ ਸਕਦੇ ਹਾਂ ਅਤੇ ਅਸੀਂ ਉਹਨਾਂ ਤਸਵੀਰਾਂ ਦੀ ਵੀ ਵਰਤੋਂ ਕਰਕੇ ਪ੍ਰੈਜੈਂਟੇਸ਼ਨ ਤਿਆਰ ਕਰਾਂਗੇ। ਹੁਣ ਅਸੀਂ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਤੇ ਵਾਪਸ ਆ ਚੁੱਕੇ ਹਾਂ। प्लस के साइन ते टच करके असी अपना एक डिज़ाइन सिलेक्ट कर लवांगे। मान लो तुहानू यह डिज़ाइन पसंद है, तुसी इस डिज़ाइन नू इंसर्ट कर सकते हो। इंसर्ट करन उपरंत हुण मैं तुहानू दसना चाहांगी कि इस दे विच जिहड़े आइकन ने वो किस किस काम आंदे ने। बच्चों तुहाडे सामने एक स्लाइड है। यह स्लाइड एक पेज वक्कन ही हुंदी है जिस दे विच असी तस्वीर लगा सकते हाँ, टैक्सट लिख सकते हाँ या एनीमेशन लगा सकते हाँ। एनीमेशन का मतलब हुंदा है तस्वीर च या अपनी प्रैजेंटेशन च हिलजुल पैदा करना, कुछ इफैक्ट्स देना जिहदे नाल साडी पेशकारी होर भी प्रभावी लगे। बच्चों मैं तुहानू सब तो पहला दसना चाहूँगी कि यह साडी स्लाइड है ਅਤੇ ਇੱਥੇ ਅਸੀਂ ਉਸ ਨੂੰ ਐਡਿਟ ਕਰ ਸਕਦੇ ਹਾਂ। ਇਹ ਬੱਚਿਓ ਲੇਆਊਟ ਵਾਸਤੇ ਹੈ। ਅਸੀਂ ਆਪਣੀ ਸਲਾਈਡ ਦਾ ਲੇਆਊਟ ਚੇਂਜ ਕਰ ਸਕਦੇ ਹਾਂ। ਮੈਂ ਤੁਹਾਨੂੰ ਉਹਨੇ ਕਰਕੇ ਦੱਸਾਂਗੀ। ਇਸ ਆਈਕਨ ਰਾਹੀਂ ਅਸੀਂ ਕਮੈਂਟ ਲਗਾ ਸਕਦੇ ਹਾਂ ਹਰ ਇੱਕ ਸਲਾਈਡ ਦੇ ਵਿੱਚ। ਇਸ ਆਈਕਨ ਦੇ ਵਿੱਚ ਅਸੀਂ ਟੇਬਲ ਇਨਸਰਟ ਕਰ ਸਕਦੇ ਹਾਂ ਜਿਸ ਨਾਲ ਅਸੀਂ ਅਗਰ ਡੇਟ ਵਾਈਜ਼ ਕੋਈ ਡਾਟਾ ਐਂਟਰ ਕਰਨਾ ਹੈ ਜਾਂ ਕੋਈ ਲਿਸਟ ਬਣਾਉਣੀ ਹੈ तो इस आइकन राही असी एक टेबल इंसर्ट करके बड़ी आसानी नाल कर सकते हाँ। इस तो नैक्सट आइकन है पिक्चर इंसर्ट। तस्वीरां तो असी अपनी प्रैजेंटेशन च लगानियां ही ने, वो असी इत्थों इंसर्ट करांगे। फिर है बेटे शेप्स तुसी वक्-वक् तरह दी इंसर्ट कर सकते हो। इस तो बाद ए टैक्सट बॉक्स है जिहदे राही तुसी अपनी स्लाइड दे विच किते भी एक टैक्सट बॉक्स इंसर्ट करके कुछ भी लिख सकोगे। तो लास्ट ते बच्चे कैमरा है, तुसी डायरैक्ट कोई भी फोटो क्लिक करके भी इस इंसर्ट कर सकोगे। चलो तो मैं तुहानू समझाता। हुण मैं तुहानू दसांगी कि उपर बेटा यह जो बटन है यह हैगा एडिट वास्ते। अगर तुसी अपनी स्लाइड नू एडिट करना है, यह कुछ सर्च करन वास्ते है अते यह स्लाइड दा प्रीव्यू लैण लई कि तुहाडी स्लाइड किद्दां चलेगी उसनू तुसी यह स्लाइड शो ते क्लिक करके देख सकते हो। तो चलो बच्चों हुण असी इस दे बारे सारी जानकारी हासिल कर चुके हाँ। हुण असी देखांगे कि असी अपनी स्लाइड नू किवें तैयार करांगे। जिस लई मैं सब तो पहला इत्थे लेआउट बारे तुहानू दसना चाहांगी कि असी लेआउट कोई भी चूज़ कर सकते हाँ। जिवें कि एक टॉपिक होवे अते उस दे नीचे 2 टैक्सट बॉक्स होण या अजिहे कोई भी लेआउट चेंज कर सकते हाँ। पर मैं इत्थे ब्लैंक लेआउट ले रही हाँ। इस दे विच मैं अपनी मर्जी के मुताबिक किते भी चीज़ां नू इंसर्ट करके अपनी स्लाइड तैयार करांगी। बच्चों मैं तुहानू स्लाइड इंसर्ट करना दस देवां। स्लाइड नू मैं यह जो प्लस बटन है इत्थे टच करते जाओगे तो तुहाडी स्लाइड इंसर्ट हुंदी चली जाएगी। जिवें आ देखो बच्चों तुहाडीआं स्लाइड्स होर बनदियां जा रही ने। तो मैं हुण सिर्फ 2 स्लाइड्स ते तुहानू एनीमेशन करके दिखावांगी जिहदे राहीं तुसी अपनी प्रैजेंटेशन तैयार कर सकोगे। सब तो पहली स्लाइड ते असी एक शेप्स दे विच बेटा जाके तुसी किसी भी तरीके की शेप इंसर्ट कर सकते हो। मान लो मैं यह शेप इंसर्ट की, तुसी इसका साइज़ भी वधा घटा सकते हो। अगर तुसी इस दे विच डबल क्लिक कर दो तो इनू टैक्सट बॉक्स वांगू भी यूज़ कर सकोगे। चलो मैं हुण इत्थों टैक्सट बॉक्स वांगू इसनू यूज़ करके इस दे विच लिखांगी श्री गुरु तेग बहादुर जी, क्योंकि मेरी प्रैजेंटेशन उन्हां नाल संबंधित है। हुण मैं दसना चाहांगी कि असी उन्हां दे 400th मतलब 400 साला प्रकाश उत्सव ते प्रैजेंटेशन तैयार कर रहे हैं। तो मैं लिखांगी 400th प्रकाश उत्सव। देखो बच्चों मैं अपनी स्लाइड ते
अपना टॉपिक लिख चुकी हाँ। मैं इसनूं किते भी चुक के लैके जा सकती हाँ। इसका मैं साइज़ भी वधा घटा सकती हाँ। इसनूं बेटा टच करके ड्रैग एंड ड्रॉप करके तुसी किते भी मूव कर सकोगे और इसनूं अपनी नीड दे अकॉर्डिंग एडजस्ट कर सकते हो। हुण मैं तुहानूं इस टैक्सट का साइज़ इंक्रीज़ करके दसांगी, जिस लिए असी इस ते डबल क्लिक करके इसनूं थोड़ी देर टच करके सिलेक्ट कर लांगे। सिलेक्ट करन उपरंत असी नीचे दित्तियां गईयां ऑप्शनस नूं यूज़ करके इसनूं एडिट कर सकते हाँ। सब तो पहलां तो बेटा राइट साइड ते जिहड़ा एरो दा बटन है इनू टच करो और यह देखो तुहाडे सामने इसका फॉन्ट अते इसका साइज़ दोनों आ चुके हैं। बेटा यह साइज़ अते इसका फॉन्ट है, ठीक है। हुण मैं तुहानूं दसना चाहूँगी कि असीं इसका साइज़ किवें चेंज करांगे। इहदे ते टच करके तुसीं इसका साइज़ इंक्रीज़ कर सकोगे। जिवें मैं 36 करता, देखो साडे फॉन्ट का साइज़ वध चुका है। बी तो बेटा इसनूं असीं बोल्ड कर सकते हाँ, यू तो अंडरलाइन कर सकते हाँ अते आई तो इटैलिक कर सकते हाँ, पर मैं इत्थे इटैलिक नहीं कर रही। तुसीं जिवें चाहो उदां कर सकते हो। होर नीचे आओगे तो फॉन्ट कलर की एक ऑप्शन आएगी बच्चों। फॉन्ट कलर ते जाके तुसीं वख-वख कलर्स की चोण करके अपने टैक्सट नूं भी सोहना बना सकते हो। जिवें मान लो मैं अगर येलो कलर की चोण करांगी तो मेरा टैक्सट येलो कलर च लिखिया आवेगा। हुण बच्चों मैं तुहानूं दसदी हाँ कि असी इस एरो ते क्लिक करके वापस अपने स्क्रीन ते आ गए हाँ। हुण इस दे विच असी तस्वीर किद्दां दाखल करनी है। अपने पिक्चर इंसर्ट ते जाके असी उन्हां नाल संबंधित तस्वीर इंसर्ट करांगे। मैं इस दे विचों एक पिक्चर सिलेक्ट कर ली है। बच्चों पिक्चर नूं भी असी मूव कर सकते हाँ, जिथे भी तुसी वो पिक्चर लगाना चाहो उन्हों लगा सकते हो। हुण मैं तुहानूं एक होर चीज़ दसां कि इस दे विच मैं एक होर शेप इंसर्ट करन जा रही हाँ नीचे, जिस दे विच मैं लिखन जा रही हाँ लाइफ एंड हिस्टरी, क्योंकि मैं उन्हां दे जीवन नाल संबंधित ए प्रैजेंटेशन तैयार कर रही हाँ। बच्चों हुण उसे तरीके ही मैं इस फॉन्ट नूं भी सिलेक्ट करके इसका भी साइज़ और एडिटिंग कर सकती हाँ। बेटा नीचे भी तुहानूं एडिटिंग दी ऑप्शनस आ रही ने। बोल्ड बी तो बोल्ड कर लो, ए तो तुसी इसका कलर चेंज कर सकते हो। फॉन्ट कलर वख-वख दिते हैं, मैं इसका भी येलो कलर ही लवांगी ताकि सिमेट्री रहे। राइट साइड ते कॉर्नर ते मैं टच करके इसका साइज़ चेंज कर देनी हाँ। मैं इसका साइज़ 32 कर दिता है। हुण मैं वापस इत्ते आ जाऊँगी। बट हुण असी इस शेप का साइज़ थोड़ा वधा लांगे तो असी इसनूं ड्रैग एंड ड्रॉप कर लांगे। तो इस अजिहे तरीके नाल बच्चों तुसी अपनी प्रैजेंटेशन की पहली स्लाइड ते अपना टॉपिक, अपना सब टॉपिक अते एक इमेज दाखल कर लई है। दूसरी स्लाइड ते असी गुरु साहिब जी बारे दसांगे, उन्हां दे बर्थ एंड पेरेंट्स बारे। ठीक है बच्चों, हुण मैं इस स्लाइड का टॉपिक लिखण लई फिर उस तरीके किसी भी तरीके की तुसी शेप चूज़ कर लो या टैक्सट बॉक्स सीधा इंसर्ट कर लो, पर यह थोड़ा इफेक्टिव लगता है, इस करके मैं शेप की वरतों कर रही हाँ। आ देखो बच्चों मैं इत्थे लिखांगी बर्थ, कि उन्हां दे बर्थ बारे जानकारी। इसनूं बेटा असीं मूव करके ऊपर लै जाएंगे क्योंकि यह साडा मेन टॉपिक है। दूसरी स्लाइड का इनू भी उस तरीके आपां सिलेक्ट करके इसका भी असी साइज़ इंक्रीज़ कर देंगे अते इसका भी कलर आपां चेंज कर सकते हाँ।
मैं इत्थे इसका भी कलर येलो करता ਅਤੇ इसनूं बोल्ड करके अंडरलाइन करता। हुण बच्चों मैं इन्हां दे बर्थ नाल संबंधित जानकारी देवांगी। उस तो पहला मेरे कोल एक तस्वीर है, इंसर्ट पिक्चर ते जाके मैं उन्हां दी एक तस्वीर जो कि उन्हां दे जन्म स्थान नूं शो करती है उसनूं इंसर्ट करांगी। ਇਹ मैं बच्चों गूगल तो ही डाउनलोड की है। ਇਹ ਸਾਨੂੰ ਅੰਮ੍ਰਿਤਸਰ ਵਿਖੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਉਸ ਥਾਂ ਨੂੰ ਸ਼ੋ ਕਰ ਰਿਹਾ ਹੈ। ਤਾਂ ਬੱਚਿਓ ਇਸ ਤਰੀਕੇ ਅਸੀਂ ਆਪਣੀ ਸਲਾਈਡਸ ਤਿਆਰ ਕਰ ਸਕਦੇ ਹਾਂ। ਮੈਂ ਪਹਿਲੀ ਸਲਾਈਡ ਦੇ ਵਿੱਚ ਆਪਣਾ ਟੌਪਿਕ, ਉਸ ਨਾਲ ਰਿਲੇਟਡ ਇਮੇਜ ਅਤੇ ਉਸ ਦਾ ਸਬ ਟੌਪਿਕ ਲਿਖਤਾ ਹੈ। ਸੈਕਿੰਡ ਸਲਾਈਡ ਦੇ ਵਿੱਚ ਮੈਂ ਉਹਨਾਂ ਦੇ ਬਰਥ ਬਾਰੇ, ਬਰਥ ਕਿੱਥੇ ਹੋਇਆ ਉਹਦੇ ਨਾਲ ਰਿਲੇਟਡ ਇਮੇਜ ਅਤੇ ਬਰਥ ਪਲੇਸ, ਬਰਥ ਡੇਟ, ਤੁਸੀਂ ਇਸ ਦੇ ਵਿੱਚ ਅਜਿਹੀਆਂ ਹੀ ਹੋਰ ਸ਼ੇਪਸ ਟੈਕਸਟ ਬਾਕਸ ਇਨਸਰਟ ਕਰਕੇ ਉਹਨਾਂ ਦੇ ਮਾਤਾ ਪਿਤਾ ਬਾਰੇ ਵੀ ਲਿਖ ਸਕਦੇ ਹੋ। ਬੱਚਿਓ ਤੁਸੀਂ ਆਪਣੀ ਸ਼ੇਪ ਨੂੰ ਸਿਲੈਕਟ ਕਰਕੇ ਨੀਚੇ ਜਦੋਂ ਆਪਸ਼ਨਸ ਆ ਜਾਂਦੀਆਂ ਇੱਥੋਂ ਤੁਸੀਂ ਉਸ ਦਾ ਕੋਈ ਵੀ ਕਲਰ ਚੇਂਜ ਕਰ ਸਕਦੇ ਹੋ, ਕਿਉਂਕਿ ਇੱਥੇ ਫਿਲ ਕਲਰ ਦੀ ਆਪਸ਼ਨ ਹੁੰਦੀ ਹੈ। ਹੁਣ ਮੈਂ ਤੁਹਾਨੂੰ ਇਸ ਦੇ ਵਿੱਚ ਐਨੀਮੇਸ਼ਨ ਲਗਾਉਣੀ ਦੱਸਾਂਗੀ। ਬੱਚਿਓ ਜਿਵੇਂ ਆ ਤੁਸੀਂ ਪਹਿਲੀ ਸਲਾਈਡ ਸਿਲੈਕਟ ਕਰ ਲਈ ਹੈ, ਨੀਚੇ ਐਰੋ ਤੇ ਟੱਚ ਕਰੋ। टच करके इस साइड ते देखो होम लिखिया आ रहा है, इत्थे एरो ते टच करोगे तो बेटा इत्थे तुहानू एनीमेशन की ऑप्शन आएगी। एनीमेशन ते जाके तुसी जिस भी बॉक्स नू, टैक्सट बॉक्स नू या इमेज नू सिलैक्ट करोगे तो तुसी उस नाल रिलेटेड एनीमेशन लगा सकोगे। जिमें कि अगर मैं इसनू सिलैक्ट करती हाँ, सिलैक्ट करने तो बाद एनीमेशनस ते जानी हाँ, तो एनीमेशन तीन तरह की है बच्चे। एंट्रेंस इफेक्ट की है टैक्सट तुहाडे स्लाइड दे विच किवें शो होवे। मैं एंट्रेंस इफेक्ट एक लगा के तुहानू उसका प्रीव्यू भी दिखावांगी। आ देखो बच्चों प्रीव्यू दिखानी हाँ। देखा बच्चों श्री गुरु तेग बहादुर जी बड़े ही ਵਧੀਆ ਢੰਗ ਨਾਲ, ਵਧੀਆ ਇਫੈਕਟਸ ਨਾਲ ਸਾਡੀ ਪ੍ਰੈਜੈਂਟੇਸ਼ਨ ਤੇ ਸ਼ੋ ਹੋ ਗਿਆ। ਇਸੇ ਤਰੀਕੇ ਬੱਚੋਂ ਤੁਸੀਂ ਆਪਣੀ ਤਸਵੀਰ ਤੇ ਵੀ ਐਨੀਮੇਸ਼ਨ ਲਗਾ ਸਕਦੇ ਹੋ, ਪਰ ਉਸ ਤੇ ਵੀ ਐਨੀਮੇਸ਼ਨ ਲਗਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਉਸ ਤਸਵੀਰ ਦੀ ਚੋਣ ਕਰਨੀ ਪਏਗੀ। ਤਸਵੀਰ ਨੂੰ ਚੋਣ ਕਰਨ ਤੋਂ ਉਪਰੰਤ ਇਸ ਐਰੋ ਤੇ ਟੱਚ ਕਰੋ, ਫਿਰ ਤੁਸੀਂ ਐਨੀਮੇਸ਼ਨਸ ਨੂੰ ਸਿਲੈਕਟ ਕਰੋ। ਐਨੀਮੇਸ਼ਨਸ ਤੇ एंट्रेंस इफेक्ट लगाओ। एंट्रेंस इफेक्ट हुण तुसी जिद्दां भी लगाना चाहो, मान लो तुसी एक एंट्रेंस इफेक्ट लगाता, हुण मैं लास्ट लाइफ एंड हिस्टरी ते भी लगानी हाँ। जिवें कि एनीमेशन ते जाके एंट्रेंस इफेक्ट फ्लाई इन, तुहानूं मैं हुण इन्हां तिन्नां एनीमेशनस दा प्रीव्यू दिखावांगी। देखो बच्चों श्री गुरु तेग बहादुर जी लिखा आ गया, उन्होंने तस्वीर आ गई, हुण लाइफ एंड हिस्टरी भी लिखा आ गया। तो इस तरीके बच्चों तुसी अपनी प्रैजेंटेशन च एनीमेशन दाखिल कर सकते हो। इस दे विच वख-वख एनीमेशनस हैं, एंट्रेंस दी अलग है, एम्फेसिस अलग है, वो मैं तुहानूं अगली वीडियोज़ च होर एडवांस लैवल समझावांगी, पर फिलहाल ही तुहाडे लिए इन्ना बहुत है। मैं हुण तुहानूं दसना चाहांगी कि जिवें बेटा आ एक स्लाइड है, यह दूसरी स्लाइड है, एक स्लाइड तो बाद दूसरी स्लाइड किवें आवे वो असी ट्रांजिशन राही करते हैं। उसके लिए फिर इस बटन ते जाना है, फिर होम ते जिथे होम लिखा है इत्थे बेटा अलग अलग टैब्स आ जांदियां ने जिवें कि कंप्यूटर च हुंदियां ने। इत्थों ट्रांजिशनस ते जावांगे। ट्रांजिशन इफैक्ट्स ते असी वख-वख इफैक्ट्स यूज़ कर सकते हाँ, जिवें कि तुहाडे सामने तुहानूं नज़र आ रहा है, तुहानूं जिहड़ा भी इफैक्ट पसंद आवे तुसीं उसदी वरतों कर सकते हो। कटन इफैक्ट बहुत ही वधिया लगता है, मैं इफैक्ट अपनी स्लाइड ते लगा के तुहानूं दिखावांगी। अगर मैं अप्लाई टू ऑल कर दांगी तो यह सारियां ते ही यही ट्रांजिशन लगा देगा। ठीक है बच्चों, अप्लाई टू ऑल करन नाल सारियां स्लाइड्स ते यही ट्रांजिशन चलेगी। हुण चलो असी फिर दोबारा तो इसका प्रीव्यू देखिए। देखो बेटा ट्रांजिशन लग गई है, साड़ी स्लाइड कितनी सोहनी लग रही है। श्री गुरु तेग बहादुर जी लिखिया आ गया, गुरु साहिब जी की फोटो,
ਹੁਣ ਸਾਡਾ ਸਬ ਟੌਪਿਕ ਲਾਈਫ ਐਂਡ ਹਿਸਟਰੀ। ਹੁਣ ਸਾਡੀ ਦੂਸਰੀ ਸਲਾਈਡ ਖੁੱਲ੍ਹ ਗਈ ਹੈ, ਜਿਸ ਦੇ ਵਿੱਚ ਅਸੀਂ ਉਹਨਾਂ ਦੇ ਬਰਥ, ਉਹਨਾਂ ਦੇ ਜਨਮ ਪਲੇਸ ਅਤੇ ਉਹਨਾਂ ਦੇ ਬਰਥ ਡੇਟ ਬਾਰੇ ਦੱਸਿਆ ਹੈ। ਤਾਂ ਇਸ ਤਰੀਕੇ ਬੱਚੇ ਤੁਸੀਂ ਆਪਣੀ ਪ੍ਰੈਜੈਂਟੇਸ਼ਨ ਵਧੀਆ ਤਰੀਕੇ ਤਿਆਰ ਕਰ ਸਕਦੇ ਹੋ। ਤੁਸੀਂ ਆਪਣਾ ਜੋ ਵੀ ਮਟੀਰੀਅਲ ਹੈ ਉਹ ਆਪਣੇ ਟੀਚਰ ਨਾਲ, ਜੋ ਵੀ ਗਾਈਡ ਟੀਚਰ ਹੈ ਤੁਹਾਡਾ, ਉਸ ਦੀ ਹੈਲਪ ਲੈ ਕੇ ਰੈਡੀ ਕਰ ਸਕਦੇ ਹੋ ਔਰ ਖੁਦ ਵੀ ਸੋਚ ਸਕਦੇ ਹੋ ਕਿ ਅਸੀਂ ਕਿਹੋ ਜਿਹੀਆਂ ਤਸਵੀਰਾਂ ਲਗਾਉਣੀਆਂ ਨੇ ਜਾਂ ਕੀ ਲਿਖਣਾ ਚਾਹੁੰਦੇ ਹਾਂ। ਉਸ ਨਾਲ ਸੰਬੰਧਿਤ ਤੁਸੀਂ ਵੱਖ-ਵੱਖ ਸਲਾਈਡ 'ਤੇ ਐਨੀਮੇਸ਼ਨਸ ਅਤੇ ਟ੍ਰਾਂਜੀਸ਼ਨ ਲਗਾ ਕੇ ਆਪਣੀ PPT ਵਧੀਆ ਤੋਂ ਵਧੀਆ ਬਣਾ ਸਕੋਗੇ। ਚਲੋ ਬੱਚਿਓ, ਹੁਣ ਮੈਂ ਤੁਹਾਨੂੰ ਦੱਸਾਂ ਕਿ ਅਸੀਂ ਇਸ ਦੇ ਜਿੱਥੇ ਬੇਟਾ ਨਾਮ ਲਿਖਿਆ ਆ ਰਿਹਾ ਸੀ, ਮੈਂ ਇੱਥੇ ਲਿਖਾਂਗੀ PPT ਮੇਕਿੰਗ ਕਰਕੇ ਮੈਂ ਓਕੇ ਕਰ ਦਾਂਗੀ ਅਤੇ ਇਹ ਮੇਰੀ ਫਾਈਲ ਸੇਵ ਹੋ ਚੁੱਕੀ ਹੈ। ਜਿਹੜੇ ਬੇਟਾ ਰਾਈਟ 'ਤੇ 3 ਡਾਟਸ ਨੇ ਉਹਨਾਂ 'ਤੇ ਜਾ ਕੇ ਮੈਂ ਇਹਨੂੰ ਸੇਵ ਕਰ ਲਾਂਗੀ। ਸੇਵ ਕਰਨ ਉਪਰੰਤ ਮੈਂ ਇਸ ਫਾਈਲ ਦਾ ਨਾਮ ਵੀ ਚੇਂਜ ਕਰ ਸਕਦੀ ਹਾਂ, ਇਸ ਨੂੰ ਕਿਤੇ ਲਿੰਕ ਨੂੰ ਸੈਂਡ ਵੀ ਕਰ ਸਕਦੀ ਹਾਂ, ਜਾਂ ਇਹਨਾਂ ਹੀ 3 ਡਾਟਸ 'ਤੇ ਜਾ ਕੇ ਮੈਂ ਇਸ ਨੂੰ ਸ਼ੇਅਰ ਕਰ ਸਕਦੀ ਹਾਂ ਅਤੇ ਆਪਣੇ ਅਧਿਆਪਕਾਂ ਨੂੰ ਭੇਜ ਸਕਦੇ ਹਾਂ, ਤਾਂ ਕਿ ਸਾਡੀ ਜੋ ਸਲਾਈਡਸ ਨੇ, ਸਾਡੇ ਜੋ ਪ੍ਰੈਜੈਂਟੇਸ਼ਨ ਹੈ, ਉਹ ਸਾਡਾ ਗਾਈਡ ਅਧਿਆਪਕ ਦੇਖ ਸਕੇ ਅਤੇ ਫਿਰ ਉਸ 'ਤੇ ਤੁਹਾਨੂੰ ਦੱਸ ਸਕੇ ਕਿ ਤੁਹਾਡੀ PPT ਠੀਕ ਹੈ ਜਾਂ ਨਹੀਂ। ਤਾਂ ਬੱਚਿਓ, ਦੇਖਿਆ ਕਿੰਨਾ ਸੌਖਾ ਹੈ ਆਪਣੇ ਫ਼ੋਨ 'ਤੇ ਵੀ PPT ਤਿਆਰ ਕਰਨਾ, ਜੋ ਕਿ ਬਹੁਤ ਹੀ ਕ੍ਰੀਏਟਿਵ ਹੈ ਅਤੇ ਤੁਹਾਨੂੰ ਇਸ ਕੰਪੀਟੀਸ਼ਨ 'ਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ ਤਾਂ ਕਿ ਤੁਸੀਂ ਇਸ ਤੋਂ ਜਿੱਤ ਸਕੋ। ਅਗਰ ਨਾ ਵੀ ਜਿੱਤੋ ਤਾਂ ਪਾਰਟਿਸਿਪੇਸ਼ਨ ਤਾਂ ਬਹੁਤ ਅਹਿਮੀਅਤ ਰੱਖਦੀ ਹੈ ਔਰ ਨਾਲ ਹੀ ਤੁਹਾਨੂੰ ਗੁਰੂ ਸਾਹਿਬ ਜੀ ਬਾਰੇ ਕੁਛ ਨਾ ਕੁਛ ਜਾਣਨ ਨੂੰ ਮਿਲੇਗਾ, ਕਿਉਂਕਿ ਕਈ ਬੱਚਿਆਂ ਨੂੰ ਜਾਣਕਾਰੀ ਘੱਟ ਹੁੰਦੀ ਹੈ। ਜਦੋਂ ਤੁਸੀਂ ਇਹਨਾਂ ਬਾਰੇ ਗੂਗਲ 'ਤੇ ਸਰਚ ਕਰੋਗੇ ਤੁਹਾਨੂੰ ਇਹਨਾਂ ਦੇ ਬਾਰੇ ਸਾਰੀ ਜਾਣਕਾਰੀ ਹਾਸਲ ਹੋ ਜਾਵੇਗੀ। ਧੰਨਵਾਦ ਬੱਚਿਓ। ਮੈਂ ਅਗਲੀ ਵੀਡੀਓ ਵਿੱਚ ਪੰਜਾਬੀ 'ਚ PPT ਬਣਾਉਣਾ ਅਤੇ ਹੋਰ ਐਨੀਮੇਸ਼ਨਸ ਲਗਾਉਣੀ ਵੀ ਸਿਖਾਵਾਂਗੀ। ਥੈਂਕ ਯੂ।